उमरां दा लम्मा पैंडा हस के मुका ले रावां दियां कंढियां नूं सीने नाल ला ले उमरां दा लम्मा पैंडा हस के मुका ले। सरदार शीतल सिंह संघा ਦਾ ਜਨਮ 14 ਅਗਸਤ 1947 ਨੂੰ ਪਿਤਾ ਗੁਰਦਾਸ ਸਿੰਘ ਤੇ ਮਾਤਾ ਸੁਰਜੀਤ ਕੌਰ ਦੇ ਘਰ ਪਿੰਡ ਕਾਲਾ ਸੰਘਿਆ ਵਿਖੇ ਹੋਇਆ। ਸਰਕਾਰੀ ਹਾਈ ਸਕੂਲ ਕਾਲਾ ਸੰਘਿਆ ਤੋਂ ਮੁੱਢਲੀ ਸਿੱਖਿਆ ਹਾਸਲ ਕੀਤੀ। 10ਵੀਂ ਤੋਂ ਬਾਅਦ 1966 ਚ ਸਰਕਾਰੀ ਕਾਲਜ ਕਪੂਰਥਲਾ ਤੋਂ ਪ੍ਰੀ ਇੰਜੀਨੀਅਰਿੰਗ ਤੇ 1970 ਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। 1971 ਚ ਜਬਲਪੁਰ ਚ ਪੀਐਨਟੀ ਚ ਐਜ਼ ਇੰਜੀਨੀਅਰ ਸੁਪਰਵਾਈਜ਼ਰ ਫੋਨ ਜੁਆਇਨ ਕੀਤਾ। 1973 ਚ ਪੰਜਾਬ ਰਾਜ ਬਿਜਲੀ ਬੋਰਡ ਚ ਬਤੌਰ ਉਪ ਮੰਡਲ ਅਫਸਰ ਨਿਯੁਕਤ ਹੋਏ। 1972 ਤੋਂ 2005 ਤੱਕ ਪੰਜਾਬ ਰਾਜ ਬਿਜਲੀ ਬੋਰਡ ਚ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ। ਮਿਹਨਤ ਤੇ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾਈ। 2005 ਚ ਅਸਿਸਟੈਂਟ ਸੁਪਰਿੰਟੈਂਡਿੰਗ ਇੰਜੀਨੀਅਰ ਦੀ ਪੋਸਟ ਤੋਂ ਰਿਟਾਇਰ ਹੋਏ। ਸ਼ੀਤਲ ਸਿੰਘ ਸੰਘਾ ਸਮਾਜ ਸੇਵਾ ਦੇ ਨਾਲ-ਨਾਲ ਵਾਤਾਵਰਣ ਦੀ ਸਾਂਭ ਸੰਭਾਲ ਬਖੂਬੀ ਕਰ ਰਹੇ ਨੇ। ਪਿੰਡ ਕਾਲਾ ਸੰਘਿਆ ਦੀ ਡਰੇਨ ਨੂੰ ਸਾਫ਼ ਸੁਥਰਾ ਕਰਨ 'ਚ ਇਹਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਸਾਹਿਤਿਕ ਰੁਝਾਨ ਦੇ ਚਲਦੇ ਸ਼ੀਤਲ ਸਿੰਘ ਸੰਘਾ ਹੋਰਾਂ ਨੇ ਵਾਰਤਕ ਵੀ ਲਿਖੀ ਹੈ। ਇਹਨਾਂ ਦੇ ਵੱਖ-ਵੱਖ ਵਿਸ਼ਿਆਂ ਤੇ ਕਈ ਲੇਖ ਕਈ ਅਖਬਾਰਾਂ 'ਚ ਛਪਦੇ ਨੇ। ਇਸ ਵੇਲੇ ਸੰਘਾ ਜੀ ਕਾਲਾ ਸੰਘਿਆ ਪਿੰਡ ਦੀ ਵਿਦਿਅਕ ਸੁਸਾਇਟੀ 'ਚ ਪ੍ਰਧਾਨ ਹਨ। ਪਿੰਡ ਕਮੇਟੀ ਦੇ ਪ੍ਰਧਾਨ ਤੇ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਦੇ ਟਰਸਟੀ ਤੇ ਕੈਸ਼ੀਅਰ ਹਨ। ਆਓ ਮੁਲਾਕਾਤ ਕਰਦੇ ਹਾਂ ਤਰਕ ਸੰਗਤ ਸੋਚ ਦੇ ਧਾਰਨੀ ਵਾਤਾਵਰਣ ਤੇ ਇਨਸਾਨੀਅਤ ਦੀ ਸੇਵਾ 'ਚ ਰੁੱਝੇ ਸਰਦਾਰ ਸ਼ੀਤਲ ਸਿੰਘ ਸੰਘਾ ਹੋਰਾਂ ਨਾਲ। ਬਿਰਛ ਦੀ ਟਾਹਣੀ ਤੇ ਮੇਰਾ ਆਸ਼ਿਆਨਾ ਰਹਿਣ ਦੀ, ਇੰਜ ਮੇਰੇ ਜੀਣ ਲਈ ਕੋਈ ਬਹਾਨਾ ਰਹਿਣ ਦੀ, ਕੁਦਰਤ ਦੇ ਅੰਗ ਸੰਗ ਰਹਿਣਾ, ਸਮਾਜ ਦੀ ਸੇਵਾ ਤਨ ਮਨ ਨਾਲ ਕਰਨਾ, ਸਾਡੇ ਵਿੱਚੋਂ ਬਿਰਲੇ ਹੀ ਅਜਿਹਾ ਕਰ ਸਕਦੇ ਨੇ। ਔਰ ਇਹੋ ਜਿਹੀ ਇੱਕ ਸ਼ਖਸੀਅਤ ਜਿਨ੍ਹਾਂ ਨੇ ਸਮਾਜ ਦੀ ਸੇਵਾ ਤਨ ਮਨ ਨਾਲ ਕੀਤੀ ਹੈ ਔਰ ਕਰ ਰਹੇ ਨੇ, ਨਾਲ ਹੀ ਵਾਤਾਵਰਣ ਦੀ ਸਾਂਭ ਸੰਭਾਲ ਵੀ ਕਰ ਰਹੇ ਨੇ। ਮੇਰੀ ਮੁਰਾਦ ਇੰਜੀਨੀਅਰ ਸ਼ੀਤਲ ਸਿੰਘ ਸੰਘਾ ਹੋਰਾਂ ਨਾਲ। ਸਤਿ ਸ਼੍ਰੀ ਅਕਾਲ ਸੰਘਾ ਸਾਹਿਬ। ਸਭ ਤੋਂ ਪਹਿਲਾਂ ਸਾਨੂੰ ਆਪਣੇ ਜਨਮ ਤੇ ਆਪਣੀ ਪੜ੍ਹਾਈ ਬਾਰੇ ਦੱਸੋ। ਮੈਡਮ ਜੀ, ਮੇਰਾ ਜਨਮ ਪਿੰਡ ਕਾਲਾ ਸੰਘਿਆ ਇਸੇ ਪਿੰਡ 'ਚ ਹੀ ਹੋਇਆ 14 ਅਗਸਤ 1947 'ਚ। ਤੇ ਮੇਰੀ ਮਾਤਾ ਦੀ ਮੌਤ ਮੇਰੇ ਜਨਮ ਤੋਂ 2 ਸਾਲ ਬਾਅਦ ਹੋ ਗਈ ਸੀ ਤੇ ਬਾਅਦ ਦੇ ਵਿੱਚ ਮੇਰੀ ਦਾਦੀ ਜੀ ਨੇ ਮੈਨੂੰ ਪਾਲਿਆ ਤੇ ਮੈਂ ਇਸੇ ਪਿੰਡ ਦੇ ਵਿੱਚ ਵੀ ਇਸੇ ਪਿੰਡ 'ਚ ਜਵਾਨ ਹੋਇਆ, ਇਸੇ ਪਿੰਡ 'ਚ ਪੜ੍ਹਿਆ ਲਿਖਿਆ। ਪਹਿਲੀ ਤੋਂ ਲੈ ਕੇ 10ਵੀਂ ਤੱਕ ਮੈਂ ਸੀਨੀਅਰ ਹਾਈ ਸਕੂਲ ਕਾਲਾ ਸੰਘਿਆ ਦੇ ਵਿੱਚੋਂ ਆਪਣੀ ਵਿੱਦਿਆ ਪ੍ਰਾਪਤ ਕੀਤੀ। ਮੇਰੇ ਮੈਟ੍ਰਿਕ ਦੇ ਵਿੱਚ ਬਹੁਤ ਜ਼ਿਆਦਾ ਨੰਬਰ ਆਏ ਤੇ ਮੇਰੇ ਟੀਚਰ ਤੇ ਮੇਰੇ ਹੋਰ ਪਿੰਡ ਵਾਸੀ ਬਹੁਤ ਖੁਸ਼ ਹੋਏ ਤੇ ਮੈਨੂੰ ਬੜਾ ਸਨਮਾਨਿਤ ਕੀਤਾ ਸੀ। ਉਸ ਤੋਂ ਬਾਅਦ ਮੈਂ ਇੱਥੋਂ ਪ੍ਰੀ ਇੰਜੀਨੀਅਰਿੰਗ ਕੀਤੀ ਰਣਧੀਰ ਕਾਲਜ ਕਪੂਰਥਲਾ ਤੋਂ। ਪ੍ਰੀ ਇੰਜੀਨੀਅਰਿੰਗ ਕਰਕੇ ਤੇ ਮੈਂ ਫਿਰ ਇੰਜੀਨੀਅਰਿੰਗ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣੇ 'ਚ ਮੈਨੂੰ ਦਾਖਲਾ ਮਿਲ ਗਿਆ। ਮੈਂ ਆਪਣੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਬੱਚਿਆਂ ਦੇ ਵਿੱਚ ਮਕਬੂਲ ਤੇ ਬਹੁਤ ਹੀ ਹੁਸ਼ਿਆਰ ਵਿਦਿਆਰਥੀ ਸੀ ਤੇ ਮੇਰਾ ਖਿਆਲ ਹੈ ਵੀ ਜਦੋਂ ਮੈਂ ਪ੍ਰੀ ਇੰਜੀਨੀਅਰਿੰਗ ਦੇ ਵਿੱਚ ਪਾਸ ਕੀਤੀ ਕਪੂਰਥਲੇ ਤੋਂ 66 ਬੱਚੇ ਸੀ, ਮੈਨੂੰ ਯਾਦ ਆ, ਤੇ ਮੇਰੇ ਟੀਚਰਾਂ ਨੂੰ ਇਹ ਗੱਲ ਯਕੀਨ ਨਹੀਂ ਸੀ ਬਣਦੀ ਵੀ ਇਸ ਬੱਚੇ 'ਤੇ ਇੰਨੇ ਵਧੀਆ ਨੰਬਰ ਆਏ ਤੇ ਮੈਂ ਇਕੱਲਾ ਹੀ ਬੱਚਾ ਸੀ ਆਪਣੇ ਜਮਾਤ 'ਚੋਂ ਜਿਨ੍ਹਾਂ ਨੂੰ ਇੰਜੀਨੀਅਰਿੰਗ ਕਾਲਜ ਦੇ ਵਿੱਚ ਐਡਮਿਸ਼ਨ ਮਿਲਿਆ ਸੀ। ਸੰਘਾ ਜੀ, ਪੜ੍ਹਾਈ ਤੋਂ ਬਾਅਦ ਅਹਿਮ ਮਸਲਾ ਹੁੰਦਾ ਹੈ ਕਰੀਅਰ ਦਾ। ਤੁਹਾਡੀ ਪਹਿਲੀ ਜੁਆਇਨਿੰਗ ਕਿੱਥੇ ਹੋਈ ਔਰ ਰਿਟਾਇਰਮੈਂਟ ਤੱਕ ਤੁਸੀਂ ਕਿਸ ਅਹੁਦੇ ਤੇ ਕੰਮ ਕੀਤਾ? ਡਿਗਰੀ ਕਰਨ ਤੋਂ ਬਾਅਦ ਮੈਨੂੰ ਨੌਕਰੀ ਮਿਲ ਗਈ ਪੀਐਨਟੀ ਦੇ ਵਿੱਚ। ਮੈਂ 1 ਸਾਲ ਉੱਥੇ ਕੰਮ ਕੀਤਾ। ਬਾਅਦ ਦੇ ਵਿੱਚ ਜਦੋਂ ਬੋਰਡ ਦੇ ਵਿੱਚ ਨੌਕਰੀਆਂ ਮਿਲੀਆਂ ਨਿਕਲੀਆਂ ਤੇ ਮੈਂ ਉੱਥੇ ਅਪਲਾਈ ਕੀਤਾ ਤੇ ਮੈਨੂੰ ਐਸਡੀਓ ਦੀ ਨੌਕਰੀ ਬਿਜਲੀ ਬੋਰਡ ਪੰਜਾਬ ਰਾਜ ਬਿਜਲੀ ਵਿੱਚ ਮਿਲ ਗਈ। ਮੈਂ ਸਭ ਤੋਂ ਪਹਿਲਾਂ ਨਕੋਦਰ ਐਜ਼ ਐਸਡੀਓ ਅਪ੍ਰੈਂਟਿਸ ਇੰਜੀਨੀਅਰ ਟ੍ਰੇਨਿੰਗ ਦੇ ਤੌਰ 'ਤੇ ਨਕੋਦਰ ਉੱਥੇ ਟਰਾਂਸਫਾਰਮਰ ਦੀ ਵਰਕਸ਼ਾਪ ਸੀ, ਉੱਥੇ ਜੁਆਇਨ ਕੀਤਾ। ਉਦੋਂ ਬਾਅਦ ਮੈਂ ਡੈਪੂਟੇਸ਼ਨ 'ਤੇ ਗਵਰਨਮੈਂਟ ਆਫ ਇੰਡੀਆ ਬਿਆਸ ਕੰਸਟਰਕਸ਼ਨ ਬੋਰਡ ਇੱਕ ਮਹਿਕਮਾ ਆ ਜਿਹੜੇ ਡੈਮਾਂ ਨੂੰ ਡੀਲ ਕਰਦਾ, ਬੜੇ ਵੱਡੀਆਂ ਲਾਈਨਾਂ ਨੂੰ, ਬੜੇ ਵੱਡੇ ਟਾਵਰ ਲਾਈਨਾਂ ਨੂੰ ਡੀਲ ਕਰਦਾ, ਤੇ ਉੱਥੇ ਫਿਰ ਮੈਂ 7 ਸਾਲ ਉੱਥੇ ਰਿਹਾ ਡੈਪੂਟੇਸ਼ਨ 'ਤੇ। ਉਦੋਂ ਬਾਅਦ ਫਿਰ ਮੈਂ ਦੁਬਾਰਾ ਜਲੰਧਰ ਆ ਗਿਆ। ਜਲੰਧਰ ਤੋਂ ਬਾਅਦ ਫਗਵਾੜੇ ਆਇਆ, ਫਗਵਾੜੇ ਤੋਂ ਬਾਅਦ ਹੁਸ਼ਿਆਰਪੁਰ ਆਇਆ। ਮੈਂ ਤਕਰੀਬਨ ਐਸਡੀਓ ਦੀ ਕਪੈਸਿਟੀ ਵਿੱਚ 22 ਸਾਲ ਤੇ ਐਕਸ਼ਨ ਦੀ ਕਪੈਸਿਟੀ ਵਿੱਚ 10 ਸਾਲ ਤੇ ਉਦੋਂ ਬਾਅਦ ਸੁਪਰਡੈਂਟ ਇੰਜੀਨੀਅਰ ਦੀ ਕਪੈਸਿਟੀ ਵਿੱਚ ਮੈਂ 1 ਸਾਲ ਕੰਮ ਕੀਤਾ।
ਤੇ ਉਦੋਂ ਬਾਅਦ ਮੈਂ 2005 ਦੇ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵਿੱਚੋਂ ਰਿਟਾਇਰ ਹੋ ਗਿਆ। ਜਿਹੜੀ ਮੈਂ ਨੇਕ ਦਿਲੀ ਤੇ ਸਿਰਕ ਦਿਲੀ ਦੇ ਨਾਲ ਇਮਾਨਦਾਰੀ ਨਾਲ ਕੀਤੀ, ਉਸ ਕਮਾਈ ਦੀ ਜਿਹੜੀ ਖੱਟੀ ਆ ਉਹ ਮੈਂ ਹੁਣ ਤੱਕ ਮੈਂ ਹੰਢਾ ਰਿਹਾ ਤੇ ਮੇਰਾ ਲੋਕ ਬਹੁਤ ਹੀ ਜ਼ਿਆਦਾ ਮਾਣ ਸਤਿਕਾਰ ਕਰਦੇ ਆ। ਸੰਗਾ ਜੀ, ਤੁਸੀਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਕਾਫੀ ਕੁਝ ਕੀਤਾ ਔਰ ਲੋਕਾਂ ਨੂੰ ਜਾਗਰੂਕ ਵੀ ਕੀਤਾ, ਉਹਦੇ ਬਾਰੇ ਦੱਸੋ। ਕਾਲਾ ਸੰਘਿਆ ਡਰੇਨ ਸਾਡੇ ਪਿੰਡ ਦੇ ਨਾਲ ਦੀ ਲੰਘਦੀ ਹੈ ਤੇ ਉਹ ਇੰਨੀ ਬਦਬੂ ਤੇ ਬਹੁਤ ਜ਼ਿਆਦਾ ਗੰਦੀ ਸੀ। ਫਿਰ ਮੈਂ ਆਪਦੇ ਮਨ 'ਚ ਧਾਰ ਲਿਆ ਵੀ ਇਹ ਜਿਹੜੀ ਡਰੇਨ ਆ ਇਹਦੇ ਵਿਰੁੱਧ ਮੋਰਚਾ ਖੋਲ੍ਹਿਆ ਜਾਵੇ ਤੇ ਇਹਨੂੰ ਸਾਫ਼ ਕੀਤਾ ਜਾਵੇ, ਬਗੈਰ ਕਿਸੇ ਫੰਡ ਤੋਂ, ਬਗੈਰ ਕਿਸੇ ਗੱਲ ਤੋਂ। ਲੋਕਾਂ ਦੇ ਥਾਂ ਲੋਕਾਂ ਨੂੰ ਸਮਝਾਉਂਦੇ ਰਹੇ। 100 ਪਿੰਡਾਂ ਦੇ ਵਿੱਚ, ਅਲੱਗ-ਅਲੱਗ ਦੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਤੇ ਉਹਨਾਂ ਨੂੰ ਇਹਦੇ ਬਾਰੇ ਜਾਗਰੂਕ ਕੀਤਾ। ਉਹਦਾ ਸਿੱਟਾ ਇਹ ਹੀ ਨਿਕਲਿਆ ਵੀ ਅਸੀਂ ਇੱਕ ਧਰਨਾ ਵੀ ਮਾਰਿਆ ਉੱਥੇ ਜਲੰਧਰ, ਉਹਨਾਂ ਨੂੰ ਲੋਕਾਂ ਨੂੰ ਕਹਿਣ ਲਈ ਵੀ ਇਸ ਕਾਲਾ ਸੰਘਿਆ ਡਰੇਨ ਦਾ ਕੁਝ ਕਰੋ ਜੀ। ਫਿਰ ਸਾਡਾ ਸਮਝੌਤਾ ਹੋਇਆ। ਉਸ ਸਮਝੌਤੇ ਦਾ ਸਿੱਟਾ ਇਹ ਨਿਕਲਿਆ ਵੀ ਸੈਂਟਰ ਨੇ 210 ਕਰੋੜ ਰੁਪਈਆ ਮਨਜ਼ੂਰ ਕੀਤਾ, ਜਿਹਦੇ ਨਾਲ 50 MLT ਦਾ ਟ੍ਰੀਟਮੈਂਟ ਪਲਾਂਟ ਕਾਲਾ ਸੰਘਿਆ ਡਰੇਨ 'ਤੇ ਲੱਗਿਆ। ਉਹਦੇ ਪਿੱਛੇ ਜਿੰਨੀ ਕਾਲਾ ਸੰਘਿਆ ਡਰੇਨ ਜਲੰਧਰ ਦੇ ਵਿੱਚ ਓਪਨ ਸੀ ਉਹ ਸਾਰੀ ਅੰਡਰਗਰਾਊਂਡ ਹੋਈ। ਤੇ ਮੇਰਾ ਖਿਆਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਣੀ ਕਾਲਾ ਸੰਘਿਆ ਡਰੇਨ ਜਿਹੜਾ ਇੱਕ ਬੜੀ ਮੁਸੀਬਤ ਬਣਿਆ ਸੀ ਤੇ ਲੋਕਾਂ ਲਈ ਸ਼ਾਇਦ ਵਰਦਾਨ ਸਿੱਧ ਹੋਵੇ ਤੇ ਲੋਕ ਆਪਣੀ ਪੈਲੀ ਦੇ ਨਾਲ ਲਾਉਣ। ਇਸ ਤਰ੍ਹਾਂ ਉਹ ਅਸੀਂ ਕੰਮ ਕੀਤਾ। ਆਮ ਪਿੰਡਾਂ ਦੇ ਵਿੱਚ ਇਹ ਬਹੁਤ ਨੈਗਲੈਕਟ ਕੀਤਾ ਜਾਂਦਾ ਵੀ ਪਿੰਡ ਦੀ ਸਫਾਈ ਨਹੀਂ ਹੋ ਰਹੀ, ਪਿੰਡ ਦੇ ਵਿੱਚ ਕੋਈ ਸਿਸਟਮ ਨਹੀਂ ਹੈ ਵੀ ਪਿੰਡ ਦੇ ਲੋਕ ਕਰਨ ਕੀ। ਅਸੀਂ ਫਿਰ ਪਿੰਡ ਦੇ ਵਿੱਚ ਇੱਕ ਕਮੇਟੀ ਬਣਾਈ ਜਿਹਨੂੰ ਪਿੰਡ ਕਮੇਟੀ ਕਾਲਾ ਸੰਘਿਆ ਕਹਿੰਦੇ ਆ। ਤੇ ਕਮੇਟੀ ਦਾ ਕਾਰਜ ਕੀ ਆ, ਇਹਦਾ ਏਮ ਕੀ ਆ ਵੀ ਆਪਾਂ ਇਸ ਪਿੰਡ ਨੂੰ ਸਫਾਈ ਕਰਨੀ ਆ। ਜੇ ਆਪਣਾ ਪਿੰਡ ਹੋਊਗਾ ਵਧੀਆ ਤੇ ਆਪਾਂ ਜੀ ਸਕਾਂਗੇ। ਅਸੀਂ 20-25 ਕੰਟੇਨਰ ਲੋਹੇ ਦੇ ਬਣਾ ਕੇ ਥਾਂ ਰੱਖ ਦਿੱਤੇ। ਇੱਕ ਟਰੈਕਟਰ ਲੈ ਲਿਆ, ਇੱਕ ਟਰਾਲੀ ਲੈ ਲਈ ਤੇ ਜਦੋਂ ਉਹ ਕੰਟੇਨਰ ਭਰ ਜਾਂਦਾ ਤੇ ਲੋਕ ਟੈਲੀਫੋਨ ਉੱਤੇ ਉਹਦੇ ਉੱਤੇ ਲਿਖਿਆ ਜਾਂ ਉਹ ਡਰਾਈਵਰ ਦੇ ਟੈਲੀਫੋਨ ਨੰਬਰ ਹੈ ਤੇ ਉਹ ਡਰਾਈਵਰ ਟਰੈਕਟਰ ਦੇ ਨਾਲ ਚੱਕ ਕੇ ਉਹਨੂੰ ਬਹੁਤ ਦੂਰ ਟੋਆ ਪੱਟਿਆ ਉਹਦੇ ਵਿੱਚ ਲੈ ਜਾਂਦਾ। ਜਿਹੜਾ ਪਾਣੀ ਗਲੀਆਂ ਦੇ ਵਿੱਚ ਰੁਕਦਾ ਸੀ ਲਿਫਾਫਿਆਂ ਦੇ ਨਾਲ, ਉਹ ਰੁਕਣੋਂ ਹਟ ਗਿਆ। ਪਾਣੀ ਦਾ ਵਹਾਅ ਠੀਕ ਹੋ ਗਿਆ। ਜਿਹੜੇ ਪਹਿਲੇ ਢੇਰ ਸੀ ਅਸੀਂ ਉਹ ਚੱਕ ਦਿੱਤੇ, ਜਿਹੜੇ ਬਾਅਦ ਦੇ ਵਿੱਚ ਢੇਰ ਉਹਨਾਂ ਕੂੜੇ ਨਾਲ ਲੱਗਦੇ ਸੀ ਉਹ ਹਟ ਗਏ ਤੇ ਲੋਕਾਂ ਨੇ ਬਹੁਤ ਜ਼ਿਆਦਾ ਇਹਦਾ ਸਾਨੂੰ ਕਿਹਾ ਵੀ ਬਹੁਤ ਵਧੀਆ ਕੀਤਾ ਜੀ। ਤੇ ਮੈਨੂੰ 2013 ਦੇ ਵਿੱਚ ਇਹ ਖਾਲਸਾ ਸੰਘਾ ਓਵਰਸੀਜ਼ ਕਮੇਟੀ ਨੇ ਇਹ ਵਾਤਾਵਰਨ ਦੇ ਪੱਖ ਦੇ ਵਿੱਚ ਵਾਤਾਵਰਨ ਦੀ ਕੰਮ ਕਰਨ ਲਈ ਮੈਨੂੰ ਉਹਨਾਂ ਨੇ ਇਨਾਮ ਦਿੱਤਾ। ਸੁਭਾਅ ਇਹਨਾਂ ਦਾ ਬਹੁਤ ਖਾਸਮੁਖ ਹੈ ਅਤੇ ਬੜੇ ਖੁਸ਼ ਰਹਿੰਦੇ ਆ ਅਤੇ ਬੜੇ ਇਮਾਨਦਾਰ ਬੰਦੇ ਆ ਤੇ ਇਹਨਾਂ ਨੇ ਸੇਵਾ ਪਿੰਡ ਦੀ, ਬਾਹਰ ਡਰੇਨ 'ਤੇ ਵੀ ਬਹੁਤ ਕੰਮ ਕੀਤਾ। ਸ਼ਹਿਰ ਰਹਿੰਦਿਆਂ ਹੋਇਆਂ ਵੀ ਪਿੰਡ ਨਾਲ ਇਹਨਾਂ ਜੁੜੇ ਹੋਏ ਆ, ਆਪਣੀ ਜਨਮ ਭੂਮੀ ਨਾਲ ਜੁੜੇ ਹੋਏ ਆ। ਕਾਫੀ ਕੰਮ ਇਹਨਾਂ ਨੇ ਪਿੰਡ ਬਾਰੇ ਕਰਦੇ ਆ। ਸਰਦਾਰ ਸੀਤਲ ਸਿੰਘ ਜੀ ਬਹੁਤ ਨੇਕ ਇਮਾਨਦਾਰ ਇਨਸਾਨ ਨੇ, ਪਿੰਡ ਵਾਸਤੇ ਵੀ ਬਹੁਤ ਕੋਸ਼ਿਸ਼ਾਂ ਕਰ ਰਹੇ ਹਨ। ਸਫਾਈ ਕਮੇਟੀ ਹੋਰ ਬਹੁਤ ਤਰ੍ਹਾਂ ਦੇ ਸੇਵਾ ਕਰ ਰਹੇ ਹਨ, ਜੇ ਲੋਕਾਂ ਨੂੰ, ਪਬਲਿਕ ਨੂੰ ਬਹੁਤ ਵੱਡਾ ਲਾਭ ਹੋ ਰਿਹਾ ਹੈ। ਸੰਗਾ ਜੀ, ਸਮਾਜ ਪ੍ਰਤੀ ਤੁਸੀਂ ਪੂਰੀ ਤਰ੍ਹਾਂ ਸਮਰਪਿਤ ਹੋ, ਪਰ ਤੁਹਾਡੀ ਇੱਕ ਆਪਣੀ ਨਿੱਜੀ ਜ਼ਿੰਦਗੀ ਵੀ ਹੈ, ਉਹਦੇ ਬਾਰੇ ਜਾਣਨਾ ਚਾਹਾਂਗੇ। ਮੈਡਮ ਜੀ, ਮੇਰਾ ਵਿਆਹ 1976 ਦੇ ਵਿੱਚ ਇੱਥੇ ਲਾਗੇ ਹੀ ਪਿੰਡ ਆ, ਭੰਦੇਰ ਪਿੰਡ ਆ, ਉੱਥੇ ਹੋਇਆ ਸੀ। ਮੇਰੀ ਮੈਡਮ MA B.Ed ਐਜੂਕੇਸ਼ਨ ਸੀ ਉਹਨਾਂ ਦੀ ਤੇ ਉਹ ਜਦੋਂ ਵਿਆਹ ਤੋਂ ਬਾਅਦ ਉਹਨਾਂ ਦੀ ਨੌਕਰੀ ਵੀ ਲੱਗੀ। ਜਦੋਂ ਮੇਰੀ ਘਰ ਵਾਲੀ ਇੱਥੇ ਮੇਰੇ ਘਰ ਆਈ ਤੇ ਸਾਡੇ ਦਰਵਾਜ਼ੇ ਟੁੱਟੇ ਹੋਏ ਸੀ, ਅਸੀਂ ਗਰੀਬ ਸੀ ਤੇ ਮੇਰੇ ਘਰ ਵਾਲੀ ਨੇ ਮੇਰਾ ਬਹੁਤ ਸਾਥ ਦਿੱਤਾ। ਇਸ ਘਰ ਨੂੰ ਸਾਂਭਣ ਦੇ ਵਿੱਚ ਉਹਨਾਂ ਬੜਾ ਯੋਗਦਾਨ ਪਾਇਆ ਤੇ ਇਸ ਘਰ ਨੂੰ ਬੜੀਆਂ ਬੁਲੰਦੀਆਂ ਤੇ ਮਤਲਬ ਲੈ ਕੇ ਗਈ। ਅਚਾਨਕ 11 ਵਜੇ ਰਾਤ ਨੂੰ ਉਹਨਾਂ ਨੂੰ ਮਤਲਬ ਤਕਲੀਫ ਹੋਈ ਤੇ ਅਸੀਂ ਹਸਪਤਾਲ ਲੈ ਗਏ ਤੇ ਉਹਨਾਂ ਦਾ ਹਾਰਟ ਸਕਿਊਜ਼ ਹੋ ਗਿਆ, ਬੰਦ ਹੋ ਗਿਆ ਤੇ ਜਾਂਦੇ ਜਾਂਦੇ ਮੌਤ ਹੋ ਗਈ। ਤੇ ਬੜਾ ਸਡਨ ਮਤਲਬ ਸੈਟਬੈਕ ਸੀ ਸਾਡੇ ਹੁੰਦੇ। ਮੇਰੇ 2 ਬੱਚੇ ਆ, ਵੱਡੀ ਬੇਟੀ ਆ ਜਿਹਨੇ MSc ਕੈਮਿਸਟਰੀ ਤੇ B.Ed ਕੀਤੀ ਆ ਤੇ ਜੌਬ ਕਰਦੀ ਆ, ਲੈਕਚਰਰ ਆ ਸਕੂਲ ਦੇ ਵਿੱਚ। ਉਹਦੇ ਘਰ ਵਾਲਾ ਖਾਲਸਾ ਕਾਲਜ ਦੇ ਵਿੱਚ ਐਗਰੋਨੋਮੀ ਦਾ ਪ੍ਰੋਫੈਸਰ ਆ। ਉਹਨਾਂ ਦੇ 2 ਬੱਚੇ ਆ, ਇੱਕ ਬੇਟਾ ਵੱਡਾ ਆ, ਬੇਟੀ ਛੋਟੀ ਆ ਤੇ ਉਹ ਬਹੁਤ ਵਧੀਆ ਆਪਣੇ ਤੌਰ ਤੇ ਆਪਣੀ ਮਿਹਨਤ ਦੇ ਨਾਲ ਕੰਮ ਕਰ ਰਿਹਾ। ਬੇਟਾ ਛੋਟਾ ਆ, ਬੇਟੇ ਨੇ B.Tech ਇਲੈਕਟ੍ਰੋਨਿਕਸ ਕੀਤੀ ਆ, ਨਾਲ MBA ਕੀਤੀ ਆ। ਉਹਦਾ ਵਿਆਹ ਹੋਇਆ ਆ, ਉਹਦੇ ਇੱਕ ਬੱਚਾ ਆ ਜਿਹਦਾ ਨਾਂ ਸ਼ਬਦ ਸਿੰਘ ਆ ਤੇ ਉਹਦੀ ਮੈਡਮ ਇਹ ਅਮਰੀਕਾ ਫਲੋਰੀਡਾ ਯੂਨੀਵਰਸਿਟੀ ਦੇ ਵਿੱਚ ਬਾਇਓਫਿਜ਼ਿਕਸ ਦੀ PhD ਕਰ ਰਹੀ ਹੈ। ਇਹੀ ਮੇਰੀ ਫੈਮਿਲੀ ਆ, ਬੜੀ ਵਧੀਆ। ਤੇ ਮੈਂ ਇਹਨਾਂ ਦੇ ਨਾਲ, ਮੇਰਾ ਬੇਟਾ ਮੇਰੇ ਨਾਲ ਰਹਿੰਦਾ, ਮੇਰਾ ਪੋਤਾ ਵੀ ਨਾਲ ਰਹਿੰਦਾ ਤੇ ਅਸੀਂ ਤਿੰਨੇ ਜਾਣੇ ਜਲੰਧਰ ਦੇ ਵਿੱਚ ਰਹਿੰਦੇ ਆ ਤੇ ਪਿੰਡ ਵੀ ਸਾਡਾ ਆਉਣ ਜਾਣ ਆ। ਬਚਪਨ ਤੋਂ ਹੀ ਘਰ ਦੇ ਵਿੱਚ ਜੋ ਸਮਾਜਿਕ ਮਾਹੌਲ ਹੈ ਉਹ ਇਹਨਾਂ ਦੀ ਹੀ ਦੇਣ ਹੈ।
ਮੇਰੇ ਮਦਰ ਦੀ ਡੈਥ ਤੋਂ ਬਾਅਦ ਜਿਸ ਤਰ੍ਹਾਂ ਇਹਨਾਂ ਨੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ, ਉਸ ਤੋਂ ਕਿਤੇ ਵੱਧ ਜਾ ਕੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਅੰਜਾਮ ਦਿੱਤਾ। ਇਹਨਾਂ ਦੇ ਕੰਮ ਕਰਨ ਦੀ ਭਾਵਨਾ ਬਹੁਤ ਹੀ ਸਮਰਪਣ ਵਾਲੀ ਹੈ। ਇਹੋ ਜਿਹੇ ਸ਼ਖਸ ਨਾਲ ਰਹਿ ਕੇ, ਸਮਾਜ ਦੇ ਵਿੱਚ ਵਿਚਰ ਕੇ ਜਦੋਂ ਕਿਤੇ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ। ਆਫਟਰ ਰਿਟਾਇਰਮੈਂਟ ਤੁਸੀਂ ਕੀ ਕਰ ਰਹੇ ਹੋ? ਮੈਂ ਬਹੁਤ ਆਪਣੀ ਜਲਦੀ ਰਿਟਾਇਰਮੈਂਟ ਉਡੀਕ ਰਿਹਾ ਸੀ। ਜਿੱਦਣ ਮੈਂ ਰਿਟਾਇਰ ਹੋਇਆ ਮੈਨੂੰ ਬੜੀ ਖੁਸ਼ੀ ਹੋਈ, ਕਿਉਂਕਿ ਮੈਂ ਲੋਕਾਂ 'ਚ ਜਾਣਾ ਚਾਹੁੰਦਾ ਸੀ, ਲੋਕ ਸੇਵਾ ਕਰਨਾ ਚਾਹੁੰਦਾ ਸੀ। ਫਿਰ ਮੈਂ ਕਾਲਾ ਸੰਘਿਆ ਟ੍ਰੇਨ ਬਾਰੇ ਤੁਹਾਡੇ ਨਾਲ ਗੱਲ ਕੀਤੀ ਹੈ। ਕਾਲਾ ਸੰਘਿਆ ਟ੍ਰੇਨ 'ਤੇ ਕੰਮ ਕੀਤਾ 2 ਸਾਲ। ਉਦੋਂ ਬਾਅਦ ਪਿੰਡ ਦੇ ਵਿੱਚ ਸਾਡੇ ਕਾਲਜ ਚੱਲਦੇ ਨੇ, ਕਾਲਾ ਸੰਘਿਆ ਸੰਤ ਹੀਰਾ ਦਾਸ ਕੰਨਿਆ ਮਹਾਵਿਦਿਆਲਾ ਵਿਦਿਅਕ ਸੰਸਥਾਵਾਂ ਆ। ਉਹਦੇ ਵਿੱਚ ਇੱਕ ਕਾਲਜ ਆ, 2 ਸਕੂਲ ਨੇ। ਉਹ ਵਿਦਿਅਕ ਸੁਸਾਇਟੀ ਦਾ ਪ੍ਰਧਾਨ ਆ ਮੈਂ। ਅੱਜ 4-5ਵਾਂ ਸਾਲ ਆ ਮੈਂ ਪ੍ਰਧਾਨ ਦੇ ਤੌਰ 'ਤੇ ਉੱਥੇ ਕੰਮ ਕਰ ਰਿਹਾ। ਅਤੇ ਇਹਦੇ ਨਾਲ ਹੀ ਮੈਂ ਜਿੱਥੇ ਰਹਿਣਾ, ਅਰਬਨ ਸਟੇਟ ਵੈਲਫੇਅਰ ਸੁਸਾਇਟੀ ਉੱਥੇ ਜਲੰਧਰ ਅਰਬਨ ਸਟੇਟ ਦੀ ਹੈ। ਅਤੇ ਮੈਂ ਜਦੋਂ ਸ਼ੁਰੂ 'ਚ 92 'ਚ ਉੱਥੇ ਗਿਆ ਸੀ, ਸ਼ੁਰੂ ਦੇ ਵਿੱਚ ਪਹਿਲੀ ਵਾਰੀ ਮੈਨੂੰ ਉੱਥੇ ਸੈਕਟਰੀ, ਮੈਂ ਉੱਥੋਂ ਚੋਣਾਂ ਹੁੰਦੀਆਂ ਸੀ ਅਤੇ ਮੈਂ ਸੈਕਟਰੀ ਚੁਣਿਆ ਗਿਆ। ਫਿਰ ਮੈਂ ਉੱਥੋਂ ਸੈਕਟਰੀ ਤੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਤੋਂ ਬਾਅਦ 10 ਸਾਲ ਤੋਂ ਹੁਣ ਮੈਂ ਉੱਥੇ ਪ੍ਰੈਜ਼ੀਡੈਂਟ ਹਾਂ ਅਤੇ ਮੈਂ ਉੱਥੇ ਵੀ ਸੇਵਾ ਕਰਦਾ। ਅਤੇ ਪਿੰਡ ਦੇ ਵਿੱਚ ਵੀ ਮੈਂ ਰੋਜ਼ ਆਉਣਾ ਤਕਰੀਬਨ, ਜਾਂ ਪਿੰਡ ਕਮੇਟੀ ਦੀ ਮੀਟਿੰਗ ਹੁੰਦੀ ਆ ਜਾਂ ਕਾਲਜ ਕਮੇਟੀ ਦੇ ਵਿੱਚ ਮੈਂ ਆਉਣਾ, ਉੱਥੇ ਕਾਲਜ ਆਉਣਾ। ਅਤੇ ਹੁਣ ਮੈਂ ਪਿੰਡ ਕਮੇਟੀ ਦੇ ਤੌਰ 'ਤੇ ਇੱਥੇ ਪਿੰਡ ਕਮੇਟੀ ਬਣਾਈ ਆ, ਜਿਹਦੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਾਂ, ਕੂੜੇ ਕਰਕਟ ਦਾ ਸਮਾਧਾਨ ਕਰ ਰਹੇ ਹਾਂ ਅਤੇ ਪਿੰਡ ਸਾਫ਼ ਰਹੇ। ਅਤੇ ਇਸ ਤਰ੍ਹਾਂ ਮੇਰਾ ਮਤਲਬ ਰੂਟੀਨ ਬਣਿਆ। ਮੈਂ ਵਿਹਲਾ ਨਹੀਂ ਰਹਿ ਸਕਦਾ। ਇਸ ਤੋਂ ਇਲਾਵਾ ਮੈਨੂੰ ਉਹਨਾਂ ਨੇ ਮੈਂਬਰ ਲਿਆ, ਦੇਸ਼ ਭਗਤ ਯਾਦਗਾਰ ਕਮੇਟੀ ਦਾ ਮੈਂਬਰ ਚੁਣਿਆ ਗਿਆ। ਅਤੇ ਬਾਅਦ ਦੇ ਵਿੱਚ ਉਸੇ ਸਮੇਂ ਹੀ, ਉਸੇ ਸਾਲ ਹੀ ਮੈਨੂੰ ਉਹਨਾਂ ਨੇ ਟਰੱਸਟੀ ਬਣਾਇਆ। ਅਤੇ ਮੈਂ ਅੱਧਾ ਦਿਨ ਇੱਥੇ ਪਿੰਡ 'ਚ ਲਾ ਕੇ ਉਦੋਂ ਅੱਧਾ ਦਿਨ ਬਾਅਦ ਉੱਥੇ ਦੇਸ਼ ਭਗਤ ਯਾਦ ਕਮੇਟੀ ਚੱਲ ਜਾਂਦਾ। ਮੈਂ ਸਰਦਾਰ ਸੀਤਲ ਸਿੰਘ ਸੰਘਾ ਨਾਲ 35 ਸਾਲ ਤੋਂ ਇਹਨਾਂ ਦੇ ਨਾਲ ਰਹਿੰਦਾ ਹਾਂ। ਬਚਪਨ ਤੋਂ ਹੀ ਮੈਨੂੰ ਪੜ੍ਹਾਈ ਲਿਖਾਈ ਲਈ ਵੀ ਗਾਈਡ ਕਰਦੇ ਰਹੇ। ਹਮੇਸ਼ਾ ਹੀ ਕਿਸੇ ਨੂੰ ਗਾਈਡ ਕਰਨਾ ਜਾਂ ਸਾਂਝੇ ਮੁੱਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਅਤੇ ਸਹੀ ਸੁਝਾਅ ਦੇਣਾ, ਔਰ ਪਿੰਡ ਦੇ ਲੋਕਾਂ ਨੂੰ ਬੜਾ ਪਿਆਰ ਕਰਦੇ ਆ, ਉਹਨਾਂ ਨੂੰ ਸਹੀ ਰਸਤੇ 'ਤੇ ਪਾਉਣ ਲਈ ਹਮੇਸ਼ਾ ਹੀ ਚਿੰਤਤ ਰਹਿੰਦੇ ਆ। ਇੱਦਾਂ ਹੀ ਸਿਹਤ ਦੇ ਵਾਸਤੇ, ਇਨਵਾਇਰਮੈਂਟਲ ਬਾਰੇ ਹਰ ਤਰ੍ਹਾਂ ਯੋਗਦਾਨ ਵੀ ਪਾਉਂਦੇ ਆ ਅਤੇ ਲੋਕਾਂ ਨੂੰ ਸਲਾਹ ਵੀ ਦਿੰਦੇ ਆ ਇਸ ਤਰ੍ਹਾਂ ਕੀਤਾ ਜਾਵੇ। ਅਤੇ ਅੱਜ ਕੱਲ੍ਹ ਇਹ ਪਿੰਡ ਦੇ ਵਿੱਚ ਅਤੇ ਕਾਲਜ ਦੇ ਵਿੱਚ ਬਹੁਤ ਵਧੀਆ ਸੇਵਾਵਾਂ ਨਿਭਾ ਰਹੇ ਹਨ। ਆਪ ਹਮੇਸ਼ਾ ਕਾਲਜ ਨੂੰ ਤਰੱਕੀ ਦੀਆਂ ਲੀਹਾਂ 'ਤੇ ਪਹੁੰਚਾਉਣ ਲਈ ਯਤਨਸ਼ੀਲ ਹਨ। ਆਪ ਨੇ ਹਮੇਸ਼ਾ ਵਿਦਿਆਰਥੀਆਂ ਦੀ ਭਲਾਈ ਲਈ ਸੇਵਾ ਕੀਤੀ ਹੈ, ਕਿਉਂਕਿ ਆਪ ਹਮੇਸ਼ਾ ਇਹੀ ਗੱਲ ਕਹਿੰਦੇ ਹਨ ਕਿ ਨੋ ਪ੍ਰੋਫਿਟ ਨੋ ਲਾਸ ਦੇ ਨਾਲ ਚੱਲਣਾ ਹੈ। ਹਮੇਸ਼ਾ ਹੀ ਆਪ ਸਮਾਜ ਸੇਵਾ ਦੇ ਲਈ ਯਤਨਸ਼ੀਲ ਹਨ। ਇਸ ਤੋਂ ਇਲਾਵਾ ਮੈਨੂੰ ਕਈ ਵਾਰੀ ਮੈਂ ਸੋਚਦਾ ਮੈਂ ਜੋ ਸਮਾਜ ਦੇ ਵਿੱਚ ਵਾਪਰਿਆ ਲੋਕਾਂ ਨੂੰ ਪਤਾ ਨਹੀਂ ਲੱਗਦਾ। ਕਈ ਵਾਰੀ ਲੋਕ ਸੋਚਦੇ ਮਹਿੰਗਾਈ ਕਿਉਂ ਆ, ਅਤੇ ਮੈਂ ਉਹਦੇ ਬਾਰੇ ਆਰਥਿਕਤਾ ਦਾ ਇੱਕ ਲੇਖ ਲਿਖਿਆ। ਫਿਰ ਮੈਂ ਆਪਣੇ ਫਾਦਰ ਸਾਹਿਬ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ, ਜੋ ਪਿੰਡ ਲਈ ਕੀਤੇ, ਲੋਕ ਯਾਦ ਕਰਦੇ ਹਾਲੇ ਤੱਕ। ਫਿਰ ਮੈਂ ਕਿਤਾਬਾਂ 2-3 ਕਿਤਾਬਾਂ ਜਿਨ੍ਹਾਂ ਦੀ ਸਮੀਖਿਆ ਕੀਤੀ, ਡਾਕਟਰ ਰਾਮ ਮੂਰਤੀ ਦੀ ਕਿੱਥੇ ਗਈ ਖੁਸ਼ਬੂ, ਉਹ ਵੀ ਵਾਤਾਵਰਨ 'ਤੇ ਆ ਸਾਰੀ ਕਿਤਾਬ। ਉਸ ਕਿਤਾਬ ਦਾ ਮੈਂ ਐਨਾਲਿਸਿਸ ਕੀਤਾ। ਅਤੇ ਇਸ ਤਰ੍ਹਾਂ ਮੇਰਾ ਰੂਟੀਨ ਨਹੀਂ ਹੈ ਵੀ ਮੈਂ ਲਿਖਦਾ ਰਹਿਣਾ। ਮੇਰੇ ਵੈਸੇ ਸੁਭਾਅ ਦਾ ਹਿੱਸਾ ਹੈ ਵੀ ਮੈਂ ਬਾਹਰ ਸਮਾਜ ਸੇਵਾ ਕਰਕੇ ਕੰਮ ਖੁੱਜਦਾ, ਮੇਰੀ ਜ਼ਿੰਦਗੀ ਦਾ ਹਿੱਸਾ। ਅਤੇ ਨਹੀਂ ਤਾਂ ਦੂਜੀ ਜ਼ਿੰਦਗੀ ਮੈਂ ਆਪਦੀ ਕਰ ਲਈ ਆ, ਅਤੇ ਹੁਣ ਮੈਂ ਸਾਰੀ ਜ਼ਿੰਦਗੀ ਜੋ ਮੇਰੀ ਰਹਿੰਦੀ ਆ ਅਤੇ ਮੈਂ ਸਮਾਜ ਸੇਵਾ ਦੇ ਵਿੱਚ ਆਪਣਾ ਗਲਤਾਨ ਰਵਾਂਗਾ, ਸ਼ਮੂਲੀਅਤ ਕਰਾਂਗਾ। ਇਹੀ ਮੇਰੀ ਜ਼ਿੰਦਗੀ। ਸੰਘਾ ਜੀ, ਤੁਹਾਡੀਆਂ ਕਾਫੀ ਸਾਰੀਆਂ ਪ੍ਰਾਪਤੀਆਂ ਨੇ, ਅਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਵੀ ਤੁਹਾਡੀ ਆਪਣੀ ਇੱਕ ਨਿੱਜੀ ਜ਼ਿੰਦਗੀ ਆ, ਅਤੇ ਪਰ ਤੁਹਾਡਾ ਸਮਾਜ ਪ੍ਰਤੀ ਵੀ ਕੋਈ ਫਰਜ਼ ਆ। ਜੇ ਸਮਾਜ ਨੇ ਤੁਹਾਨੂੰ ਪਾਲਿਆ ਪੋਸਿਆ ਵੱਡਾ ਕੀਤਾ, ਉਹ ਸਮਾਜ ਕੋਈ ਤੁਹਾਡੇ ਲਈ ਜੁੱਤੀਆਂ ਸੀ ਰਿਹਾ, ਕੋਈ ਤੁਹਾਡੇ ਲਈ ਕੱਪੜੇ ਸੀ ਰਿਹਾ, ਕੋਈ ਤੁਹਾਡੇ ਲਈ ਅੰਨ ਉਗਾ ਰਿਹਾ, ਕੋਈ ਤੁਹਾਡੀ ਵੈਸੇ ਸੇਵਾ ਕਰ ਰਿਹਾ, ਉਸ ਸਮਾਜ ਪ੍ਰਤੀ ਵੀ ਤੁਹਾਨੂੰ ਜਵਾਬਦੇਹ ਹੋਣਾ ਚਾਹੀਦਾ ਅਤੇ ਉਹ ਸਮਾਜ ਸੇਵਾ ਵੀ ਕਰਨੀ ਚਾਹੀਦੀ ਆ। ਅਤੇ ਸਮਾਜ ਸੇਵਾ ਸਭ ਤੋਂ ਉੱਤਮ ਕੰਮ ਆ, ਜਨ ਕੀ ਸੇਵਾ ਉੱਤਮ ਕੰਮ ਆ। ਇਹਦੇ ਨਾਲ ਹੀ ਜ਼ਿੰਦਗੀ ਤੁਹਾਡੀ ਨਿਖਰ ਸਕਦੀ ਆ। ਅਤੇ ਮੇਰੀ ਜ਼ਿੰਦਗੀ ਦਾ ਤਾਂ ਇਹੀ ਨਿਸ਼ਾਨਾ, ਤਾਂ ਮੈਂ ਆਪਣੇ ਬੱਚਿਆਂ ਨੂੰ ਵੀ, ਆਉਣ ਵਾਲੀ ਪੀੜ੍ਹੀ ਨੂੰ ਵੀ, ਜਿਹੜੇ ਵੀ ਕੋਈ ਸੁਣਦੇ ਨੇ ਲੋਕ, ਤਾਂ ਮੈਂ ਤਾਂ ਇਹੀ ਕਹਿੰਦਾ ਵੀ ਲੋਕਾਂ ਦੇ ਨਾਲ ਇੱਕਮਿਕ ਹੋ ਕੇ ਲੋਕ ਸੇਵਾ ਦੇ ਵਿੱਚ ਸ਼ਰੀਕ ਹੋਵੋ। ਇਹੀ ਮੇਰਾ ਸੁਨੇਹਾ।
ਸੰਗਾ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਬਹੁਤ ਘੱਟ ਲੋਕ ਨੇ ਜੋ ਤੁਹਾਡੇ ਵਾਲੀ ਸੋਚ ਦੇ ਧਾਰਨੀ ਨੇ ਕਿ ਜਨ ਕੀ ਸੇਵਾ ਉੱਤਮ ਕੰਮ। ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।